ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਜਿਹੜੀ ਆਪਾਂ ਜਪਜੀ ਸਾਹਿਬ ਦੀ ਬਾਣੀ ਲਈ ਉਹਦੀ ਵਿਆਖਿਆ ਕਰਨ ਦੇ ਹਾਂ। ਉਹਦੇ ਵਿੱਚ ਜਿਹੜਾ ਸ਼ਬਦ ਭਗਤ ਆਇਆ ਸੀ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਜਦੋਂ ਅਸੀਂ ਧਰਮ ਦੀ ਦੁਨੀਆ ਨੂੰ ਦੇਖਦੇ ਹਾਂ ਤੇ ਮਹਾਰਾਜ ਨੇ ਬਾਣੀ ਅੰਦਰ ਬਚਨ ਕੀਤਾ ਕਿ ਪੰਡਤ ਸੂਰ ਛਤਰਪਤ ਦਾਤਾ। ਕੋਈ ਪੰਡਤ ਹੋ ਗਿਆ, ਸਭ ਤੋਂ ਉੱਚਾ ਅਹੁਦਾ ਕਿਹਦਾ ਵਾ ਧਰਮ ਦੀ ਦੁਨੀਆ ਅੰਦਰ? ਪੰਡਤ ਸੂਰ ਛਤਰਪਤ ਦਾਤਾ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਕੋਈ ਧਾਰਮਿਕ ਪੁਸਤਕਾਂ ਪੜ੍ਹ ਕੇ ਤੇ ਗਿਆਨੀ ਬਣ ਗਿਆ, ਕੋਈ ਸਰੀਰ ਬਣਾ ਕੇ ਆਪਣਾ ਤੇ ਸੂਰਮਾ ਬਣ ਗਿਆ, ਮੈਦਾਨੇ ਜੰਗ ਵਿੱਚ ਲੜਿਆ ਤੇ ਲੋਕਾਂ ਨੇ ਬੜੀ ਵੱਡੀ ਉਹਦੀ ਵਡਿਆਈ ਕੀਤੀ ਤੇ ਲੋਕੀ ਸਾਲ ਪਿੱਛੋਂ ਉਹਨਾਂ ਦੀਆਂ ਬਰਸ਼ੀਆਂ ਮਨਾਉਂਦੇ ਹੋਣ। ਬਹੁਤੇ ਲੋਕ ਤੇ ਇਸ ਕਰਕੇ ਬਰਸ਼ੀਆਂ ਮਨਾਉਂਦੇ ਨੇ ਕਿ ਪੈਸਾ ਵਾਵਾ ਇਕੱਠਾ ਹੋ ਜਾਂਦਾ ਹੈ। ਚਲੋ ਆਪਣਾ ਇਹ ਵਿਸ਼ਾ ਨਹੀਂ ਹੈ। ਤੇ ਉਹ ਕਹਿੰਦੇ ਨੇ ਪੰਡਤ ਸੂਰ ਛਤਰਪਤ ਦਾਦਾ, ਛਤਰਪਤ ਰਾਜਾ, ਭਗਤ ਬਰਾਬਰ ਔਰ ਨਹੀਂ ਕੋਏ। ਸਭ ਤੋਂ ਉੱਤੇ ਉੱਤਮ ਕੋਈ ਹੈ ਪੰਡਤ ਉਤੋਂ, ਕਥਾਵਾਚਕ ਦੇ ਉੱਤੋਂ ਵੀ, ਮੈਦਾਨੇ ਜੰਗ ਵਿੱਚ ਲੜਨ ਵਾਲੇ ਨੂੰ ਕੋਈ ਉੱਪਰ ਹੈ? ਉਹ ਭਗਤੀ ਕਰਨ ਵਾਲਾ ਹੈ। ਭਗਤ ਬਰਾਬਰ ਔਰ ਨਹੀਂ ਕੋਈ, ਭਗਤ ਦੇ ਬਰਾਬਰ ਕੁਛ ਨਹੀਂ ਹੈ। ਇਹ ਅਖੌਤੀ ਧਾਰਮਿਕ ਲੋਕ ਕੌਮਾਂ ਨੂੰ ਬਰਬਾਦੀ ਦੇ ਰਾਹ ਤੋਰ ਦਿੰਦੇ ਨੇ ਤੇ ਬੜੀਆਂ ਵਡਿਆਈਆਂ ਕਰਦੇ ਨੇ। ਤੁਸੀਂ ਮਰ ਜਾਓਗੇ ਧਰਮ ਤੋਂ ਤੇ ਤੁਹਾਨੂੰ ਅੱਗੇ ਬਹਿਸਤਾਂ ਮਿਲਣਗੀਆਂ, ਤੁਹਾਨੂੰ ਹੋਰਾਂ ਮਿਲਣਗੀਆਂ, ਤੁਹਾਨੂੰ ਜੰਨਤ ਮਿਲੇਗੀ। ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਲੋਕ ਆਪਣੀਆਂ ਮਜ਼੍ਹਬਾਂ ਧਰਮਾਂ ਨੂੰ ਲੜਾਉਂਦੇ ਮਰਾਉਂਦੇ ਨੇ। ਸਾਹਿਬ ਕਹਿੰਦੇ ਨਹੀਂ, ਭਗਤ ਬਰਾਬਰ ਔਰ ਨਹੀਂ ਕੋਈ। ਕੋਈ ਸੂਰਮਾ, ਕੋਈ ਦਾਨੀ, ਕੋਈ ਪੰਡਤ, ਕੋਈ ਗਿਆਨੀ ਭਗਤ ਦੇ ਬਰਾਬਰ ਨਹੀਂ ਗਾ। ਭਗਤ ਦਾ ਦਰਜਾ ਸਭ ਤੋਂ ਉੱਤਮ ਆ। ਕਿਤੇ ਨਹੀਂ ਲਿਖਿਆ ਕਿ ਨਾਨਕ ਰਾਜਿਆਂ ਸਦਾ ਵਿਗਾਸ। ਰਾਜਿਆਂ ਨੂੰ ਕਦੀ ਵਿਗਾਸ ਥੋੜ੍ਹਾ ਲਿਖਿਆ। ਕਿਤੇ ਨਹੀਂ ਲਿਖਿਆ ਕਿ ਸੂਰਮਿਆਂ ਨੂੰ ਸਦਾ ਵਿਗਾਸ, ਗਿਆਨੀਆਂ ਨਾਨਕ ਗਿਆਨੀਆਂ ਨੂੰ ਸਦਾ ਵਿਗਾਸ, ਨਾਨਕ ਪੰਡਤਾਂ ਨੂੰ ਸਦਾ ਵਿਗਾਸ। ਨਹੀਂ ਨਹੀਂ, ਕੋਈ ਜ਼ਿੰਦਗੀ ਆਨੰਦਮਈ ਗੁਜ਼ਾਰ ਰਿਹਾ ਹੈ, ਉਹ ਕੇਵਲ ਭਗਤੀ ਵਾਲਾ ਹੈ, ਕੇਵਲ ਭਗਤ। ਜੈਸਾ ਕਿ ਉਸਨੇ ਲਿਖਿਆ ਕਿ ਭਗਤ ਦਾਤਾ ਤੇ ਭਗਤ ਸੂਰਮਾ ਸਦਾ ਜਗ ਤੇ ਜਿਉਂਦੇ ਨੇ। ਠੀਕ ਆ, ਕੋਈ ਦਾਨੀ ਵੀ ਆ, ਚੰਗੀ ਗੱਲ ਹੈ। ਕੋਈ ਸੂਰਮਾ ਤਾਂ ਵੀ ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈ। ਪਰ ਜਿਹੜਾ ਭਗਤੀ ਵਾਲਾ ਹੈ, ਜਿਹੜਾ ਭਗਤ ਹੈ, ਸਭ ਤੋਂ ਉੱਪਰ ਆ, ਉੱਤਮ ਹੈ। ਜਿਸ ਤਰ੍ਹਾਂ ਕੱਲ੍ਹ ਆਪਾਂ ਇੱਕ ਸ਼ਬਦ ਵਿਚਾਰ ਕੀਤੀ, ਕੱਲ੍ਹ ਆਪਾਂ ਇੱਕ ਸ਼ਬਦ ਦੀ, ਉਸੇ ਤਰ੍ਹਾਂ ਹੀ ਅੱਜ ਇੱਕ ਸ਼ਬਦ ਭਗਤ ਨਾਮਦੇਵ ਦਾ ਲੈ ਕੇ ਤੇ ਉਹ ਆਪਾਂ ਵਿਚਾਰ ਕਰਨ ਲੱਗੇ ਹਾਂ ਕਿ ਕਿਸ ਤਰ੍ਹਾਂ ਪਰਮਾਤਮਾ ਨੇ ਭਗਤ ਨਾਮਦੇਵ ਨੂੰ ਆਖਿਆ ਕਿ ਮੇਰੇ ਭਗਤ ਦੀ ਕੀ ਅਵਸਥਾ ਹੁੰਦੀ ਹੈ, ਉਹ ਕਿੰਨੀ ਉੱਚੀ ਅਵਸਥਾ 'ਚ ਜੀਂਦਾ ਹੈ, ਉਹਦਾ ਦਰਸ਼ਨ ਕਰਨ ਦੇ ਨਾਲ ਕੀ ਕੁਛ ਪ੍ਰਾਪਤ ਹੁੰਦਾ ਹੈ, ਸਾਧ ਦਾ ਦਰਸ਼ਨ। ਉਹ ਕਹਿੰਦੇ ਨੇ ਦਾਸ ਅੰਨਨ ਮੇਰੋ ਨਿਜ ਰੂਪਾ। ਇਹ ਭਗਤ ਨਾਮਦੇਵ
ਇਹ ਖੁਦ ਪਰਮਾਤਮਾ ਭਗਤ ਨਾਮਦੇਵ ਨੂੰ ਇਸ ਤਰ੍ਹਾਂ ਕਹਿ ਰਿਹਾ ਹੈ। ਇਸ ਤਰ੍ਹਾਂ ਪਤਾ ਕਿਉਂ ਹੁੰਦਾ ਹੈ? ਹਾਲਾਂਕਿ ਭਗਤ ਖੁਦ ਪਰਮਾਤਮਾ ਦਾ ਰੂਪ ਹੋ ਚੁੱਕੇ ਨੇ, ਤੇ ਹੁਣ ਪਰਮਾਤਮਾ ਉਹਨਾਂ ਨੂੰ ਆਣ ਕੇ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈ? ਨਹੀਂ, ਭਗਤ ਜਿਹੜੇ ਬਹੁਤ ਵੱਡੇ ਕਵੀ ਹੁੰਦੇ ਨੇ ਤੇ ਉਹ ਫਿਰ ਪਰਮਾਤਮਾ ਨੂੰ ਆਪਣੇ ਵਿੱਚੋਂ ਬੁਲਾਉਂਦੇ ਨੇ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਨਾ ਕਿ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਕਹਿ ਦੋ ਖੜੇ ਸੜੇ ਹੋਏ। ਤੇ ਅੱਗਿਓਂ ਸਰੋਵਰ ਨੇ ਆਖਿਆ, ਮੈਂ ਇਹਦੀ ਵਿਆਖਿਆ ਨਹੀਂ ਹੁਣ ਕਰਨੀ, ਸਮਾਂ ਹੋਰ ਪਾਸੇ ਤੁਰ ਜਾਂਦਾ। ਫਿਰ ਇੱਕ ਤੇ ਆ ਟੁੱਟੇ ਫੁੱਟੇ ਕਵੀ ਹੁੰਦੇ ਨੇ ਸੰਸਾਰੀ, ਇਹ ਜਿਹੜੇ ਰੱਬ ਦੇ ਭਗਤ ਹੁੰਦੇ ਨੇ ਸਭ ਤੋਂ ਵੱਡੇ ਕਵੀ ਹੁੰਦੇ ਨੇ। ਰੱਬ ਦੇ ਪਿਆਰਿਆਂ ਵਰਗੀ ਕਵਿਤਾ ਕੋਈ ਨਹੀਂ ਜੋੜ ਸਕਦਾ। ਟੈਗੋਰ ਨੇ, ਵਰਿੰਦਰਨਾਥ ਟੈਗੋਰ ਨੇ 6000 ਗੀਤ ਲਿਖਿਆ ਹੈ। ਕਵੀ ਸੀ ਉਹ ਟੈਗੋਰ। ਤੇ ਬੜਾ ਉਹਨੂੰ ਗਰਭ ਮਹਿਸੂਸ ਹੋਏ ਵੀ ਮੈਂ ਬੜੇ ਗੀਤ ਲਿਖੇ ਨੇ, ਮੈਂ ਬੜਾ ਵੱਡਾ ਕਵੀ ਹਾਂ। ਉਹ ਬੰਦਾ ਆਤਮ ਚਿੰਤਨ ਕਰਨ ਵਾਲਾ ਸੀ, ਕਵੀ ਸੀ, ਮਹਾਨ ਸੀ। ਪਰ ਜਿਸ ਦਿਨ ਗੁਰੂ ਨਾਨਕ ਸਾਹਿਬ ਦਾ ਉਸਨੇ ਗੀਤ ਪੜ੍ਹਿਆ, ਰੱਬੀ ਗੀਤ, ਤੇ ਉਹ ਕਹਿਣ ਲੱਗਾ ਵੀ ਇਸ ਤੋਂ ਉੱਪਰ ਕੋਈ ਕਵੀ ਨਹੀਂ ਦੁਨੀਆ 'ਤੇ ਜਿਹਨੇ ਸਾਰੇ ਬ੍ਰਹਿਮੰਡ ਦਾ ਚਿੱਤਰ ਖਿੱਚ ਕੇ ਰੱਖ ਦਿੱਤਾ। ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਨ ਚਬਰੋ ਕਰੇ। ਇਸ ਤੋਂ ਉੱਪਰ ਕੋਈ ਨਹੀਂ ਲਿਖ ਸਕਿਆ, ਸਾਰੇ ਬ੍ਰਹਿਮੰਡ ਦਾ ਚਿੱਤਰ ਖਿੱਚ ਦੇਣਾ। ਤੇ ਇਹ ਜਿਹੜੇ ਭਗਤ ਹੁੰਦੇ ਨੇ ਇਹ ਆਪਣੇ ਅੰਦਰੋਂ ਰੱਬ ਨੂੰ ਬੁਲਾ ਕੇ ਤੇ ਫਿਰ ਸੰਬੋਧਨ ਕਰ ਦਿੰਦੇ ਨੇ ਦੁਨੀਆ ਨੂੰ। ਜਿਸ ਤਰ੍ਹਾਂ ਬਾਬੇ ਫਰੀਦ ਨੇ ਨਹੀਂ ਕੱਲ ਗਿਆ, ਫਰੀਦਾ ਆਪ ਸਵਾਰੇ ਮੈਂ ਮਿਲੇ। ਫਰੀਦ ਕੋ ਖੁਦ ਕਵੀ ਆ, ਉਹ ਲਿਖ ਰਹੇ ਨੇ, ਆਪ ਲਿਖ ਰਹੇ ਨੇ, ਔਰ ਪਰਮਾਤਮਾ ਕੋਲੋਂ ਲਿਖਵਾ ਰਹੇ ਨੇ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਉਹਨੂੰ, ਸਰੋਵਰ ਨੂੰ, ਤੂੰ ਕਿਉਂ ਸੁੱਕ ਗਿਆ? ਤੇ ਅੱਗੇ ਸਰੋਵਰ ਨੇ ਕਿਹਾ, ਜਾਣਾ ਪਾਣੀ ਨਾ ਲਹਾਂ ਜੈਸੇ ਦੀ ਮੇਰਾ ਸੰਗ। ਅੱਗੇ ਸਰੋਵਰ ਬੋਲਿਆ। ਜਿਸ ਸਰੋਵਰ ਬੋਲ ਸਕਦਾ ਹੈ, ਕਵੀ ਦੇ ਕੋਲ ਸਮਰੱਥਾ ਹੁੰਦੀ ਹੈ, ਉਹ ਸਰੋਵਰ ਨੂੰ ਬੁਲਾ ਸਕਦੇ ਨੇ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਬਾਬਾ ਫਰੀਦ ਜੀ। ਹੁਣ ਜੇ ਕੋਇਲ ਨੂੰ ਪੁੱਛਿਆ ਜਾਵੇ ਤੂੰ ਕਾਲੀ ਕਿਉਂ ਆ, ਤੇ ਕੋਇਲ ਨੇ ਜਵਾਬ ਥੋੜ੍ਹਾ ਕੋਈ ਦੇਣਾ ਮੈਂ ਕਿਉਂ ਕਾਲੀ ਹਾਂ। ਤੇ ਪਰ ਬਾਬਾ ਫਰੀਦ ਜੀ ਕਹਿੰਦੇ ਨੇ ਅੱਗੇ ਜਵਾਬ ਆਇਆ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਹੋਂ ਆਪਣੇ ਪ੍ਰੀਤਮ ਕੇ ਹੋਂ ਬਿਰਹੇ ਜਾਲੀ। ਕਵੀ ਰੁੱਖਾਂ ਨੂੰ ਵੀ ਬੁਲਾ ਲੈਂਦੇ ਨੇ, ਕਵੀ ਦਰਿਆਵਾਂ ਨੂੰ ਵੀ ਬੁਲਾ ਲੈਂਦੇ ਨੇ, ਤੇ ਕੀ ਕਵੀ ਰੱਬ ਨੂੰ ਨਹੀਂ ਬੁਲਾ ਸਕਦੇ? ਜਿਹੜੇ ਸਰੋਵਰਾਂ ਨੂੰ ਬੁਲਾ ਸਕਦੇ ਨੇ, ਕੋਇਲ ਨੂੰ ਬੁਲਾ ਸਕਦੇ ਨੇ, ਹਾਂਜੀ, ਉਹ ਰੱਬ ਨੂੰ ਨਹੀਂ ਬੁਲਾ ਸਕਦੇ। ਤੇ ਭਗਤ ਨਾਮਦੇਵ ਜੀ ਅੱਜ ਰੱਬ ਨੂੰ ਬੁਲਾ ਰਹੇ ਨੇ ਆਪਣੇ ਅੰਦਰੋਂ। ਆਵਾਜ਼ ਆ ਰਹੀ, ਰੱਬੀ ਆਵਾਜ਼। ਤੇ ਅੱਗੇ ਆਵਾਜ਼ ਕੀ ਆਈ? ਦਾਸ ਅਨਿਨ ਮੇਰੋ ਨਿਜ ਰੂਪ। ਅਨਿਨ, ਇਹ ਦੋ ਵਾਰੀ ਸ਼ਬਦ ਸ਼ਾਇਦ ਗੁਰਬਾਣੀ 'ਚ ਆਉਂਦਾ। ਕਹਿਣ ਲੱਗੇ ਮੇਰੇ ਦਾਸ ਦੀ ਵੱਡੀ ਨਿਸ਼ਾਨੀ ਕੀ ਹੋਊਗੀ? ਦਾਸ ਅਨਿਨ ਮੇਰੋ, ਆ ਨਿਨ, ਮੇਰੇ ਦਾਸ ਦਾ ਮੇਰੇ ਤੋਂ ਬਿਨਾਂ ਕਿਸੇ ਨਾਲ ਕੋਈ ਪਿਆਰ, ਕੋਈ ਲਗਾਓ ਨਹੀਂ ਹੋਏਗਾ। ਬਸ ਉਹ ਮੇਰੇ ਪਿਆਰ ਦੇ ਆਸਰੇ ਜਿੰਦਾ ਹੋਏਗਾ, ਮੇਰੇ ਨਾਮ ਦੇ ਆਸਰੇ ਜਿੰਦਾ ਹੋਏਗਾ। ਇਹ ਉਹਦੀ ਵੱਡੀ ਨਿਸ਼ਾਨੀ ਆ। ਅੱਜ ਧਾਰਮਿਕ ਬੰਦੇ ਵੀ ਧੜਿਆਂ ਦੇ ਆਸਰੇ, ਸਿਆਸਤ ਦੇ ਆਸਰੇ, ਲੋਕਾਂ ਦੇ ਆਸਰੇ ਜੀਂਦੇ ਨੇ, ਧਾਰਮਿਕ ਬੰਦੇ ਵੀ। ਨਹੀਂ, ਭਗਤ ਨਾਮਦੇਵ ਜੀ, ਦਾਸ ਅਨਿਨ ਮੇਰੋ ਨਿਜ ਰੂਪ। ਇੱਕ ਜਿੱਥੇ ਉਹਦਾ ਕਿਸੇ ਦੇ ਨਾਲ ਲਗਾ ਨਹੀਂ ਹੋਏਗਾ,
ਤੇ ਉਹ ਮੇਰਾ ਨਿਜ ਆਪਣਾ ਰੂਪ ਹੋਏਗਾ। ਜਿੱਦਾਂ ਗੁਰੂ ਤੇਗ ਬਹਾਦਰ ਨਿਜ ਕਰ ਦੇਖਿਓ ਜਗਤ ਮੈਂ, ਨਿਜ ਮਣੇ ਆਪਣਾ ਅੰਦਰ, ਨਿਜ ਰੂਪਾ ਨਿਜ ਕਰ ਦੇਖਿਓ ਜਗਤ ਮੈਂ। ਪਰਮਾਤਮਾ ਕਹਿੰਦਾ ਉਹ ਮੇਰਾ ਨਿੱਜੀ ਰੂਪ ਹੈ। ਕਹਿੰਦੇ ਨੇ ਸਾਧ ਦਾ ਦਰਸ਼ਨ ਹੀ ਪ੍ਰਮਾਤਮਾ ਦਾ ਦਰਸ਼ਨ ਹੈ, ਸਾਧ ਕਾ ਸੰਗ ਹੀ ਪ੍ਰਮਾਤਮਾ ਦਾ ਸੰਗ ਹੈ। ਇਹ ਕਦੀ ਰਹੇ ਨੇ ਸਾਧ ਧਰਤੀ 'ਤੇ, ਉਹਨਾਂ ਦੀ ਗੱਲ ਆ ਹੋਣ ਵਾਲੇ ਨਹੀਂ। ਤੇ ਬਦਮਾਸ਼ ਨੇ ਬੰਦੂਕਾਂ ਰੱਖੀਆਂ ਤੇ ਵੱਡੇ ਵੱਡੇ ਡੇਰੇ, ਵੱਡੀਆਂ ਵੱਡੀਆਂ ਕਾਰਾਂ, ਸਿੱਖ ਕੌਮ ਦੀਆਂ ਜਗੀਰਾਂ ਜਾਇਦਾਦਾਂ ਸਾਂਭ ਕੇ ਬੈਠੇ ਹੋਏ ਨੇ, ਇਹ ਬਦਮਾਸ਼ ਨੇ। ਤੇ ਅਗਲਾ ਬਚਨ ਸੀ ਦਾਸ ਅਨਨ ਮੇਰੋ ਨਿਜ ਰੂਪਾ। ਇੱਕ ਤੇ ਉਹਦਾ ਕਿਸੇ ਨਾਲ ਲਗਾ ਨਹੀਂ ਹੋਊਗਾ ਤੇ ਉਹ ਇੱਕ ਮੇਰਾ ਹੀ ਰੂਪ ਹੋਏਗਾ। ਤੀਸਰਾ ਦਰਸ਼ਨ ਨਿਮਖਾ। ਜੇ ਤੂੰ ਭਗਤ ਨਾਮ ਦੇ ਜਿਹਨੂੰ ਕਹਿ ਰਹੇ ਪਰਮੇਸ਼ਰ, ਜੇ ਉਹਦਾ ਦਰਸ਼ਨ ਕਿਤੇ ਨਿਮਖ ਮਾਤਰ ਵੀ ਹੋ ਜੇ, ਥੋੜ੍ਹਾ ਸਮਾਂ ਵੀ ਉਸ ਭਗਤ ਦਾ ਦਰਸ਼ਨ ਕੀਤਾ ਜਾਵੇ ਜਿਹੜਾ ਮੇਰਾ ਭਗਤ ਵਾ। ਹਾਂਜੀ, ਫਿਰ ਕੀ ਹੋਊਗਾ? ਦਰਸ਼ਨ ਨਿਮਖ ਤਾਪ ਤਰਈ ਮੋਚਣ। ਮੋਚ ਤੇ ਮੋਚਣ ਸ਼ਬਦ ਆਉਂਦਾ ਗੁਰਬਾਣੀ 'ਚ। ਮੇਰੇ ਸਾਹਿਬ ਬੰਦੀ ਮੋਚ। ਮੋਚਣ ਮਾਣੇ, ਮੋਚ ਮਾਣੇ ਖਲਾਸੀ ਕਰਨ ਵਾਲਾ। ਖਲਾਸ, ਖਲਾਸੀ, ਮੋਚ, ਮੋਚਣ, ਇਹਨਾਂ ਦੇ ਅਰਥ ਸਮਤਲ ਨੇ, ਬਰਾਬਰ ਨੇ। ਤੇ ਪ੍ਰਮਾਤਮਾ ਕਹਿ ਰਿਹਾ ਭਗਤ ਨਾਮ ਦੇ ਦਰਸ਼ਨ ਨਿਮਖਾ। ਅਗਰ ਉਸ ਸਾਧ ਦਾ ਥੋੜ੍ਹਾ ਸਮਾਂ ਵੀ ਦਰਸ਼ਨ ਕੀ ਮਿਲ ਜੇ ਦਿਹਾੜੀ ਦਾ, ਤਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਗੌੜੀ ਰਾਗ ਦੇ ਅੰਦਰ ਕਿ ਰਾਮ ਨਾਮ ਚਿੱਤ ਰਾਪੇ ਜਾਂ ਕਾ। ਜਿਸ ਭਗਤ ਦਾ ਰੱਬ ਦੇ ਨਾਮ ਨਾਲ ਚਿੱਤ ਜੁੜਿਆ ਹੋਇਆ ਵਾ, ਜਿਸ ਦਾ ਚਿੱਤ ਦੇ ਉੱਤੇ ਰੱਬ ਦੇ ਨਾਮ ਦਾ ਰੰਗ ਚੜ੍ਹਿਆ ਹੋਇਆ ਵਾ, ਜਿਸ ਭਗਤ ਦੇ ਰਾਮ ਨਾਮ ਚਿੱਤ ਰਾਪੇ ਜਾਂ ਕਾ। ਉਪਜੰਪ ਦਰਸ਼ਨ ਕੀਜੇ ਤਾਂ ਕਾ। ਉਪਜੰਪ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਸ ਬੰਦੇ ਦਾ, ਉਸ ਸਾਧ ਦਾ ਦਰਸ਼ਨ ਕਰੋ ਜਿਹੜਾ ਰੱਬ ਨਾਲ ਜੁੜ ਕੇ ਬੈਠਾ ਹੋਇਆ ਵਾ। ਕਿਉਂਕਿ ਸੂਰਜ ਦੇ, ਜਦੋਂ ਸੂਰਜ ਨੇ ਤਪਣਾ ਤੇ ਬੰਦੇ ਦਾ ਅੰਦਰ ਵੀ ਤਪਦਾ ਜਾਂਦਾ। ਤਪੇ ਹੋਏ ਲੋਕਾਂ ਨਾਲ ਵਾਹ ਪੈਣਾ ਤੇ ਇਹਨੇ ਸਾਰੀ ਜ਼ਿੰਦਗੀ, ਸਾਰੀ ਦਿਹਾੜੀ ਤਪ ਕੇ ਲੰਘਾ ਦੇਣੀ ਹੈ, ਖੱਪ ਕੇ ਲੰਘਾ ਦੇਣੀ ਹੈ। ਤੇ ਜਦੋਂ ਕੋਈ ਗਰਮੀ ਵਾਲੇ ਪਾਸੇ ਜਾਵੇ ਬੰਦਾ, ਫਿਰ ਠੰਡਾ ਪਾਣੀ ਕੋਲ ਰੱਖਦਾ ਹੈ। ਤੇ ਸਾਧ ਦਾ ਦਰਸ਼ਨ ਅੰਦਰ ਨੂੰ ਠੰਡਿਆਂ ਕਰ ਦਿੰਦਾ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਸਾਧ ਦਾ ਦਰਸ਼ਨ ਕਰੀ। ਤੇ ਉਹ ਹੁਣ ਕਿੱਥੋਂ ਕਰੀਏ? ਹੁਣ ਮੁਸ਼ਕਿਲ ਤੇ ਬਣੀ ਹੋਈ ਹੈ। ਤੇ ਪਰਮੇਸ਼ਰ ਕਹਿੰਦਾ ਭਗਤ ਨਾਮ ਦੇ ਨੂੰ ਦਰਸ਼ਨ ਨਿਮਖਾ। ਅਗਰ ਉਹ ਸਾਧ ਦਾ ਥੋੜ੍ਹਾ ਵੀ ਦਰਸ਼ਨ ਹੋ ਗਿਆ, ਹੋਏਗਾ ਕਿ ਤਾਪ ਤਰਈ ਮੋਚਣਾ, ਜਿਹਨੂੰ ਅਸੀਂ ਕਹਿੰਦੇ ਤੀਨੇ ਤਾਪ। ਇੱਥੇ ਤਾਪ ਤਰਈ, ਤਰਈ ਤੀਨ, ਇਹ ਜਿਹੜੇ ਮਨ ਦੇ ਤਾਪ ਨੇ, ਤਨ ਦੇ ਤਾਪ ਨੇ। ਹਾਂਜੀ, ਆਦ ਵਿਆਦ ਉਪਾਦ ਰਹਿਤ, ਜਿਹਨੂੰ ਇਸ ਤਰ੍ਹਾਂ ਕਹਿੰਦੇ ਨੇ, ਤਿੰਨ ਤਾਪ ਮੰਨੇ ਨੇ। ਤੇ ਕਹਿੰਦੇ ਉਸ ਸਾਧ ਦੇ ਦਰਸ਼ਨ ਦਾ ਸਦਕਾ ਤੇਰੇ ਤਿੰਨੇ ਤਾਪ ਤਰਈ ਮੋਚਨ ਖਤਮ ਹੋ ਜਾਣੇ। ਮੇਰੇ ਸਾਹਿਬ ਬੰਦੀ ਮੋਚ, ਮੋਚਣ ਮੋਚ। ਦਰਸ਼ਨ ਇਸ ਤਰ੍ਹਾਂ ਹੋ ਜਾਂਦਾ ਹੈ। ਜਿੱਥੇ ਦਰਸ਼ਨਾ ਇਹ ਹੁੰਦਾ ਤੇ ਜੇ ਤੂੰ ਉਹਨਾਂ ਦੇ ਕੋਲ ਬਹਿ ਕੇ ਉਹਨਾਂ ਨੂੰ ਪਰਸ ਕਰ ਲਿਆ, ਉਹਨਾਂ ਦੇ ਤੂੰ ਕੋਲ ਬਹਿਣ ਲੱਗ ਪਿਆ ਨਾ। ਇੱਕ ਤਾਂ ਹੁੰਦਾ ਦਰਸ਼ਨ ਕਰਨਾ, ਇੱਕ ਹੁੰਦਾ ਕੋਲ ਬਹਿਣਾ।
ਸਾਧ ਸੰਗ ਜਿਨ ਬਹਿਣੇ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਕਹਿੰਦੇ ਪਰਸਤ ਮੁਕਤਾ, ਅਗਰ ਤੂੰ ਉਸ ਨੂੰ ਪਰਸਨ ਕਰ ਲਿਆ, ਦਰਸ਼ਨ ਪਰਸਿਆ। ਇੱਕ ਵੇਖਣਾ ਹੁੰਦਾ, ਇੱਕ ਪਰਸਨ ਕਰਨਾ ਹੁੰਦਾ, ਇੱਕ ਵੇਖ ਪਰਸਨ ਆਇਆ। ਪਰਸਤਾ ਮੁਕਤ ਕਰਤਾ, ਉਹਨੂੰ ਪਰਸਦਿਆਂ ਤੂੰ ਮੁਕਤ ਹੋ ਜਾਏਗਾ। ਕਿੱਥੋਂ ਮੁਕਤ ਹੋ ਜਾਏਗਾ? ਕਿਸ ਚੀਜ਼ ਤੋਂ ਮੁਕਤ ਹੋ ਜਾਏਗਾ? ਬੰਦੇ ਨੂੰ ਇੱਕ ਫਾਈਆਂ ਥੋੜ੍ਹੀਆਂ ਨੇ, ਬੜੀਆਂ ਬੜੀਆਂ ਫਾਈਆਂ ਪਈਆਂ ਹੋਈਆਂ ਨੇ। ਬੰਧਨ ਸੌਦਾ ਅਣਵਿਚਾਰੀ, ਬੰਧਨ ਮਾਤ ਪਿਤਾ ਸੁਤ ਧੀਆਂ। ਜਿਨ੍ਹਾਂ ਧੀਆਂ ਪੁੱਤਰਾਂ ਦੀ ਖਾਤਰ ਅਸੀਂ ਪਏ ਮਰਦੇ ਹਾਂ, ਬਾਣੀ ਕਹਿੰਦੀ ਇਹ ਤੇ ਬੰਧਨ ਰੂਪ ਨੇ ਸਾਰੇ। ਇਹ ਕਿਤੇ ਗੁਰੂ ਨਾਨਕ ਸਾਹਿਬ ਦੀ ਗੁਰੂ ਸਾਹਿਬ ਜੀ ਦੇ ਆਸਾ ਰਾਗ ਦੇ ਸ਼ੈਨ ਤੋਂ 416 ਅੰਗ 'ਤੇ ਸ਼ਬਦ ਹੈ। ਬੰਧਨ ਮਾਤ ਪਿਤਾ ਸੁਤ ਧੀਆਂ, ਬੰਧਨ ਪੁੱਤਰ ਕਲੱਤਰ ਮਨ ਬੀਆਂ। ਧੀਆਂ ਪੁੱਤਰ ਸਭ ਇਹ ਕੁਟੰਬ ਜੀ ਕੇ ਬੰਧਨ ਪਾਈ। ਭਰਮ ਭੁਲਾ ਸੰਸਾਰਾ, ਬਿਨ ਸਤਿਗੁਰ ਬੰਧਨ ਟੂਟੇ ਨਾਈ। ਗੁਰਮੁਖ ਮੋਖ ਦਵਾਰ, ਇਹ ਸਭ ਕੁਟੰਬ ਜੀ ਕੇ ਬੰਧਨ ਹੈ। ਜਿੰਦ ਨੂੰ ਬੰਧਿਆ ਹੋਇਆ ਹੈ ਕੁਟੁੰਬ ਨੇ। ਤੇ ਭਗਤ ਕਹਿੰਦੇ, ਪਰਮੇਸ਼ਰ ਕਹਿੰਦੇ ਪਰਸਤ ਕਰਤ ਮੁਕਤਾ, ਗ੍ਰਹਿ ਕੂਪ। ਗ੍ਰਹਿ, ਗ੍ਰਹਿ ਕਹਿੰਦੇ ਨੇ ਘਰ ਨੂੰ। ਤੇ ਕਹਿੰਦੇ ਇਹ ਜਿਹੜਾ ਗ੍ਰਸਤੀ ਘਰ ਵਾ, ਇੱਕ ਖੂਹ ਆ। ਮੁਕਤ ਕਰਤ ਗ੍ਰਹਿ ਕੂਪ, ਇਹ ਇਹੋ ਜਿਹਾ ਖੂਹ ਆ, ਇਹ 'ਚ ਡਿੱਗਾ ਬੰਦਾ ਕਦੀ ਨਿਕਲਿਆ ਹੀ ਨਹੀਂ ਹੈ। ਜਿਸ ਤਰ੍ਹਾਂ ਇੱਕ ਗੁਰੂ ਅਰਜਨ ਸਾਹਿਬ ਜੀ ਦਾ ਵਾਕ ਆਉਂਦਾ ਹੈ ਕਿ ਅੰਧ ਕੂ ਮਹਾ ਘੋਰ ਮੈਂ ਗੁਰਬਾਂ, ਅੰਧ ਕੂਪ ਮੈਂ ਮਹਾ ਘੋਰ ਮੈਂ, ਬਾਂਹ ਪਕੜ ਗੁਰ ਕਾਢ ਲਈਏ। ਇਸ ਅੰਧੇ ਖੂਹ ਵਿੱਚੋਂ, ਸੰਸਾਰ ਦੇ ਝੰਬੇਲਿਆਂ ਵਿੱਚੋਂ, ਕੁਟੰਬ ਵਿੱਚੋਂ ਜਿਹਦੀ ਗੁਰੂ ਬਾਂਹ ਫੜੇਗਾ ਉਹ ਇਹਨਾਂ ਝੰਬੇਲਿਆਂ ਤੋਂ ਛੁੱਟੇਗਾ। ਤੇ ਭਗਤ ਜੀ ਲਿਖਦੇ ਨੇ ਪਰਸਤ ਮੁਕਤ ਕਰਤ ਗ੍ਰਹਿ ਕੂਪ। ਤੇ ਅਗਲਾ ਬਚਨ ਸੀ ਮੇਰੀ ਬਾਂਦੀ ਭਗਤ ਛਡਾਵੇ। ਕਹਿਣ ਲੱਗੇ ਮੇਰੇ ਤੋਂ ਵੀ ਮੇਰੇ ਭਗਤ ਦਾ ਦਰਜਾ ਉੱਚਾ ਵਾ। ਜਿਸ ਤਰ੍ਹਾਂ ਮੇਰੀ ਬਾਂਦੀ ਭਗਤ ਛਡਾਵੇ। ਹੁਣ ਥਾਣੇਦਾਰ ਨੇ ਬੰਦਾ ਫੜ ਲਿਆ ਤੇ SSP ਨੂੰ ਛਡਾ ਸਕਦਾ ਹੈ, ਛੱਡ ਦੇ ਓਏ, ਇਸ ਤਰ੍ਹਾਂ ਹੀ ਕਹਿਣਾ ਉਹਨੇ। ਤੇ SSP ਦਾ ਫੜਿਆ ਬੰਦਾ ਥਾਣੇਦਾਰ ਥੋੜ੍ਹਾ ਛਡਾ ਸਕਦਾ ਹੈ, ਉਹਦਾ ਅਹੁਦਾ ਉੱਚਾ ਹੈ। ਉੱਚੇ ਅਹੁਦੇ ਵਾਲਾ ਛੋਟੇ ਬੰਦੇ ਕੋਲੋਂ ਬੰਦਾ ਛਡਾ ਲੈਂਦਾ ਹੈ। ਤੇ ਭਗਤ ਜੀ ਨੂੰ ਰੱਬ ਕਹਿੰਦੇ, ਪਰਮੇਸ਼ਰ ਕਹਿੰਦੇ ਮੇਰੇ ਭਗਤ ਦਾ ਮੇਰੇ ਤੋਂ ਵੱਡਾ ਅਹੁਦਾ ਵਾ। ਮੇਰੀ ਬਾਂਦੀ ਭਗਤ ਛਡਾਵੇ। ਮੇਰਿਆਂ ਬੰਦਿਆਂ ਨੂੰ ਮੇਰੇ ਭਗਤ ਛਡਾ ਦਿੰਦੇ ਨੇ। ਤੇ ਬਾਂਦੇ ਭਗਤ ਨਾ ਛੂਟੇ ਮੋਹੇ। ਤੇ ਜਿਹੜਾ ਭਗਤ ਨੇ ਬੰਨ ਦਿੱਤਾ ਉਹ ਮੇਰੇ ਕੋ ਨਹੀਂ ਛੁੱਟਣਾ। ਹਾਂ, ਰੱਬ ਦਾ ਸਰਾਫਿਆ ਹੋਇਆ ਤੇ ਭਗਤ ਬਚਾ ਸਕਦਾ ਹੈ। ਕਈਆਂ ਗੁਰੂਆਂ ਪੀਰਾਂ ਮਹਾਂਪੁਰਖਾਂ ਕੋਲ ਲੋਕ ਜਾਂਦੇ ਨੇ, ਕੋਈ ਮੁਸ਼ਕਿਲ ਹੁੰਦੀ ਆ ਕਿ ਘਰ ਵਿੱਚ ਗਰੀਬੀ ਹੁੰਦੀ ਆ ਜਾਂ ਔਲਾਦ ਨਹੀਂ ਹੁੰਦੀ, ਤੇ ਉਹ ਕਹਿੰਦੇ ਰੱਬ ਨੇ ਤੁਹਾਡੇ ਭਾਗਾਂ 'ਚ ਨਹੀਂ ਲਿਖੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮਾਤਾ ਸੁਲੱਖਣੀ ਨੂੰ ਕਹਿਤਾ ਸੀ ਤੁਹਾਡੇ ਭਾਗਾਂ 'ਚ ਨਹੀਂ ਲਿਖੀ। ਬਾਬਾ ਆਦਮ ਨੂੰ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਨੇ ਆਖਿਆ ਤੁਹਾਡੇ ਭਾਗਾਂ 'ਚ ਔਲਾਦ ਨਹੀਂ ਜੇ ਲਿਖੀ। ਇੰਦਰ ਰੱਬ ਦਾ ਸਰਾਫ, ਰੱਬ ਦਾ ਲਿਖਿਆ ਹੋਇਆ।
ਰੱਬ ਦੀਆਂ ਲਿਖੀਆਂ ਹੋਇਆਂ ਨੂੰ ਭਗਤ ਮੇਟ ਦਿੰਦੇ ਨੇ, ਪਰ ਭਗਤਾਂ ਦੀਆਂ ਲਿਖੀਆਂ ਹੋਈਆਂ ਨੂੰ ਰੱਬ ਨਹੀਂ ਮੇਟ ਸਕਦਾ। ਕਦੀ ਇਹ ਹੋਇਆ ਹੋਵੇ ਕਿ ਸਾਧ ਨੇ ਸ਼ਰਾਬ ਦੇ ਦਿੱਤਾ ਅਤੇ ਮੁੜ ਕੇ ਰੱਬ ਨੇ ਉਹ ਸ਼ਰਾਬ ਖਤਮ ਕੀਤਾ ਹੋਵੇ? ਨਹੀਂ ਨਹੀਂ ਨਹੀਂ। ਇੱਧਰ ਹੁਸ਼ਿਆਰਪੁਰ ਲਾਗੇ ਇੱਕ ਪਿੰਡ ਆ ਡੁਮੇਲੀ, ਉੱਥੇ ਕੋਈ ਸਾਧ ਤੁਰਿਆ ਜਾਵੇ ਅਤੇ ਉਹਨੂੰ ਤੇਹ ਲੱਗੀ ਅਤੇ ਪਿੰਡੋਂ ਵਾਰ-ਵਾਰ ਜ਼ਿਮੀਂਦਾਰ ਕਮਾਦ ਕੱਢਣ, ਰੋਹ ਕੱਢਣ ਦੇ। ਵਿਸਾਖ ਮਹੀਨਾ ਸੀ, ਸਾਧ ਨੂੰ ਪਿਆਸ ਲੱਗੀ ਹੋਈ ਸੀ। ਉਹ ਵੇਲਣੇ 'ਤੇ ਗਿਆ ਬਾਬਾ ਸਾਧ। ਹੁਣ ਅੱਜ ਵਰਗੇ ਦੇ ਸਾਧ ਹੁੰਦੇ ਨਹੀਂ, ਪੈਰਾਂ 'ਚ ਜੁੱਤੀ ਵੀ ਨਹੀਂ ਹੁੰਦੀ ਸਾਧਾਂ ਦੇ, ਨਗਨ ਫਿਰਤ ਰੰਗ ਇੱਕ ਕੋਈ ਕੱਪੜਾ ਵੀ ਨਹੀਂ ਪਾਉਣ ਨੂੰ ਹੁੰਦਾ। ਅਤੇ ਹੁਣ ਸਾਧ ਕੋਈ ਆਊਗਾ ਸਾਡੇ ਡੇਰੇ 'ਤੇ ਜਾਂ ਕਿਤੇ ਘਰ, 2-3 ਗੱਡੀਆਂ, 5-7 ਬੰਦੂਕਾਂ, ਪਤਾ ਲੱਗੂ ਸਾਰੇ ਪਿੰਡ ਨੂੰ ਸਾਧ ਆਇਆ ਹੈ। ਸਾਧ ਨੇ ਆਖਿਆ ਮੈਨੂੰ ਤੇਹ ਲੱਗੀ ਹੈ। ਜੱਟ ਜ਼ਿਮੀਂਦਾਰ ਖਪਿਆ ਸੀ ਵਿਚਾਰਾ, ਕਹਿਣ ਲੱਗਾ ਤੈਨੂੰ ਬੜੀ ਅੱਗ ਲੱਗੀ ਆ ਰੋਹ ਪੀਣ ਦੀ। ਜਦੋਂ ਬੰਦਾ ਖਪਿਆ ਹੁੰਦਾ ਨਾ, ਉਹਦੇ ਸਾਹਮਣੇ ਜੋ ਮਰਜ਼ੀ ਆ ਜੇ ਉਹਨੂੰ ਵੀ ਉਸ ਤਰ੍ਹਾਂ ਦਾ ਹੀ ਸਲੂਕ ਕਰਦਾ। ਅਤੇ ਜਦੋਂ ਅੰਦਰੋਂ ਆਨੰਦ ਭਰਪੂਰ ਹੋਵੇ ਫਿਰ ਉਦੋਂ ਬੰਦਾ ਜਿਹੜਾ ਕੋਈ ਆ ਜੇ ਉਹਨੂੰ ਪ੍ਰੇਮ ਨਾਲ ਹੀ ਬੁਲਾਉਂਦਾ ਹੈ। ਕਿਉਂ? ਜੋ ਅੰਦਰ ਜੀ ਦੇ ਅੰਦਰ ਉਹੀ ਤਾਂ ਬਾਹਰ ਨਿਕਲਣਾ ਹੈ। ਸੜਿਆਂ ਬੰਦਿਆਂ ਨਾਲ ਵਾਹ ਪੈਂਦਾ ਅਤੇ ਸਾੜ ਕੇ ਰੱਖ ਦਿੰਦੇ ਨੇ। ਜਿਹੜੇ ਸੜੇ ਹੀ ਹੋਏ ਨੇ ਉਹਨਾਂ ਨੇ ਸਾੜਨਾ ਹੀ ਸਾੜਨਾ। ਉਹਨੇ ਕਿਹਾ ਜਾ ਤੈਨੂੰ ਬੜੀ ਅੱਗ ਲੱਗੀ ਹੋਈ ਰੋਹ ਪੀਣ ਦੀ। ਉਹਨੇ ਅੱਗ ਲੱਗੇ ਤੁਹਾਨੂੰ, ਸਾਨੂੰ ਕੀ ਅੱਗ ਲੱਗੇ? ਅਸੀਂ ਅੱਗੇ ਜਾ ਕੇ ਪਾਣੀ ਪੀ ਲਾਂਗੇ। ਨਹੀਂ ਰੋਹ ਤਾਂ ਕੋਈ ਗੱਲ ਨਹੀਂ, ਅੱਗ ਤੁਹਾਨੂੰ ਲੱਗੇ। ਉਹ ਸਾਧ ਬਚਨ ਕਰਕੇ ਤੁਰ ਗਿਆ। ਮੁੜ ਕੇ ਪਿੰਡ 'ਚ ਅੱਗ ਲੱਗਣ ਲੱਗ ਪਈ। ਅਤੇ ਮੁੜ ਕੇ ਬਾਬਾ ਹਰਖਵਾਲ ਵਾਲੇ ਜਵਾਲਾ ਸਿੰਘ ਨੇ ਉੱਥੇ ਤਪ ਕੀਤਾ ਪਿੰਡ 'ਚ। ਸਰਾਫ ਨੂੰ ਘਟਾਉਣ ਵਾਸਤੇ ਇੱਕ ਸਾਧ ਸਰਾਫ ਦੇ ਗਿਆ ਅਤੇ 40 ਦਿਨ ਤਪ ਕੀਤਾ ਬਾਬਾ ਜਵਾਲਾ ਸਿੰਘ ਜੀ ਨੇ। ਅਤੇ 40ਵੇਂ ਦਿਨ ਉਹਨਾਂ ਨੂੰ ਖੂਨ ਦੀ ਉਲਟੀ ਆ ਗਈ ਅਤੇ ਜਿੱਦਾਂ ਦਾ ਕਾਲਾ ਤੇਲ ਹੁੰਦਾ ਨਾ ਇੰਜਨ ਦੇ ਵਿੱਚੋਂ ਕੱਢੀਦਾ, ਜਿਹੜਾ ਚੱਲਿਆ ਹੋਇਆ ਖਰਾਬ, ਇੱਦਾਂ ਦਾ ਖੂਨ ਹੋ ਗਿਆ ਬਾਬਾ ਜਵਾਲਾ ਸਿੰਘ ਦਾ। ਕਹਿਣ ਲੱਗੀ ਉਹ ਸਾਧ ਦਾ ਸਰਾਫ ਬੜਾ ਕਰੜਾ ਏ, ਸਾਡੇ ਖੂਨ ਨੂੰ ਵੀ ਸਾੜ ਦਿੱਤਾ ਉਸਨੇ। ਸਦੀਆਂ ਹੋ ਗਈਆਂ ਸਾਧ ਗੱਲ ਕਰਕੇ ਤੁਰ ਗਿਆ, ਉਹਦੀ ਅੱਗ ਨੇ ਤਾਂ ਸਾਡਾ ਅੰਦਰ ਸਾੜ ਕੇ ਰਾਤਾ। ਸਾਡਾ ਲਾਲ ਤੋਂ ਕਾਲਾ ਹੋ ਗਿਆ ਖੂਨ ਦੀ ਉਲਟੀ ਆ ਗਈ। ਇਹ ਆ ਵੀ ਚਲੋ ਅਸੀਂ ਉਹਦੇ ਸਰਾਫ ਨੂੰ ਥੋੜ੍ਹਾ ਜਿਹਾ ਘਟਾ ਦਿੱਤਾ ਹੈ, ਸਰਾਫ ਤਾਂ ਰਹਿ ਗਈ। ਅਤੇ ਪਰਮੇਸ਼ਰ ਕਹਿੰਦਾ ਮੇਰੀ ਬਾਂਦੀ ਭਗਤ ਛਡਾਵੈ, ਬਾਂਦੇ ਭਗਤ ਨਾ ਛੂਟੇ ਮੋਹੇ। ਜਿਹੜੇ ਭਗਤਾਂ ਨੇ ਬੱਧੇ ਨੇ ਉਹ ਮੇਰੇ ਕੋਲ ਨਹੀਂ ਜੇ ਛੁੱਟਦੇ। ਮੈਂ ਬੱਧੇ ਆ ਅਤੇ ਉਹਨਾਂ ਨੂੰ ਭਗਤਾਂ ਨੇ ਛਡਾ ਛੱਡਿਆ। ਇੱਕ ਸਮੇਂ ਮੋਕੋ ਗਏ ਬਾਂਦੇ। ਕਹਿਣ ਲੱਗੇ ਹੋਰ ਤਾਂ ਹੋਰ ਗੱਲ, ਜੇ ਜੇ ਭਗਤਾਂ ਨੇ ਮੈਨੂੰ ਵੀ ਬੰਨ੍ਹ ਲਿਆ, ਤੋ ਫੁਨ ਮੋਪੈ ਜਵਾਬ ਨਾ ਹੋਵੇ। ਉਹਨਾਂ ਦਾ ਬੱਧਿਆ ਅਤੇ ਮੈਂ ਵੀ ਨਹੀਂ ਛੁੱਟ ਸਕਦਾ। ਉਹਨਾਂ ਦਾ ਬੱਧਿਆ ਦੁਨੀਦਾਰ ਨੇ ਕਿੱਥੋਂ ਛੁੱਟਣਾ ਹੈ? ਪਰਮੇਸ਼ਰ ਕਹਿੰਦਾ ਜੇ ਭਗਤ ਮੈਨੂੰ ਵੀ ਬੰਨ੍ਹ ਦੇਣਗੇ ਅਤੇ ਮੇਰੇ ਕੋਲ ਵੀ ਨਹੀਂ ਛੁੱਟਿਆ ਜਾਣਾ। ਇੰਨੀ ਵੱਡੀ ਵਡਿਆਈ ਆ ਭਗਤੀ ਵਾਲਿਆਂ ਦੀ, ਰੱਬ ਦੇ ਪਿਆਰਿਆਂ ਦੀ ਇੰਨੀ ਵੱਡੀ ਵਡਿਆਈ ਆ। ਮੈਂ ਗੁਣ ਸਗਲ ਬੰਦ ਮੇਰੀ ਜੀਵਨ ਮੇਰੇ ਦਾਸ। ਕਹਿਣ ਲੱਗੇ ਫਿਰ ਪਰਮੇਸ਼ਰ ਤੈਨੂੰ ਭਗਤ ਕਿਵੇਂ ਬੰਨ੍ਹ ਲੈਂਦੇ ਨੇ? ਤੂੰ ਇੰਨਾ ਭਗਤਾਂ ਦੇ ਅਧੀਨ ਕਿਉਂ ਜਾਂਦਾ? ਤੂੰ ਇੰਨੀ ਭਗਤਾਂ ਦੀ ਗੁਲਾਮੀ ਕਿਉਂ ਕਰਦਾ ਹੈ? ਤੈਨੂੰ ਕੀ ਮਜਬੂਰੀ ਹੈ? ਤੂੰ ਕਿਉਂ ਗੁਲਾਮ ਹੁੰਦਾ ਹੈ ਭਗਤਾਂ ਦਾ? ਪਤਾ ਫਿਰ ਪਰਮੇਸ਼ਰ ਨੇ ਕੀ ਆਖਿਆ? ਕਹਿਣ ਲੱਗੇ ਮੈਂ ਗੁਣ ਸਗਲ ਬੰਦ
ਮੈਂ ਗੁਣਾਂ ਦੇ ਅਧੀਨ ਵਸ ਹੋ ਜਾਣਾ। ਜਿਹੜੇ ਭਗਤ ਕੋ ਗੁਣ ਹੋਣਗੇ ਨਾ, ਇਹ ਨਿਰਗੁਣ ਰਾਮ ਗੁਣੇ ਵਸ ਹੋਈ, ਕਹਿਣ ਲੱਗੇ ਮੈਨੂੰ ਮੇਰੇ ਪਿਆਰੇ ਗੁਣਾਂ ਨਾਲ ਬੰਨ੍ਹ ਲੈਂਦੇ ਨੇ, ਮੈਂ ਗੁਣਾਂ ਦੇ ਅਧੀਨ ਹੋ ਜਾਣਾ। ਮੈਂ ਗੁਣ ਸਗਲ ਬੰਧ, ਜਿੰਨੇ ਜਿੰਨੇ ਮੈਨੂੰ ਬੱਧਿਆ ਉਹ ਗੁਣਾਂ ਨੇ ਬੱਧਿਆ, ਦਇਆ ਨੇ ਬੱਧਿਆ। ਜਿਸ ਬੰਦੇ ਕੋ ਦਇਆ ਹੈ ਸਮਝ ਲਓ ਉਸਨੇ ਪਰਮਾਤਮਾ ਨੂੰ ਬੱਧਿਆ ਹੋਇਆ ਵਾ। ਜਿਸ ਕੋ ਸੰਤੋਖ ਹੈ ਸਮਝ ਲੈਣਾ ਉਸਨੇ ਰੱਬ ਨੂੰ ਬੱਧਿਆ ਹੋਇਆ। ਜਿਸ ਕੋ ਸਹਿਣਸ਼ੀਲਤਾ ਹੈ, ਸਹਿਜ ਹੈ, ਧੀਰਜ ਹੈ, ਮਿਠਾਸ ਹੈ, ਇਹਨਾਂ ਗੁਣਾਂ ਦੀਆਂ, ਇਹ ਗੁਣਾਂ ਰੂਪੀ ਰੱਸੀਆਂ ਦੇ ਨਾਲ ਪਰਮਾਤਮਾ ਨੂੰ ਉਸਨੇ ਬੱਧਾ ਹੋਇਆ ਵਾ। ਇਹ ਛੁੱਟ ਨਹੀਂ ਸਕਦਾ ਹੁਣ। ਮੈਂ ਗੁਣ ਸਗਲ ਬੰਧ, ਮੈਨੂੰ ਭਗਤ ਗੁਣਾਂ ਕਰਕੇ ਬੰਨ੍ਹ ਲੈਂਦੇ ਨੇ। ਮੇਰੀ ਜੀਵਨ ਮੇਰੇ ਦਾਸ, ਮੇਰਾ ਤੇ ਉਹ ਪ੍ਰਾਣ ਹੁੰਦੇ ਨੇ। ਸਾਧ ਜਿਹੜੇ ਹੁੰਦੇ ਹਨ ਉਹ ਮੇਰੇ ਜੀਵਨ ਪ੍ਰਾਣ ਨੇ। ਜਿਸ ਤਰ੍ਹਾਂ ਉਹ ਭਗਤ ਰਵਿਦਾਸ ਜੀ ਨੇ ਕਿਹਾ ਕਿ ਸੰਤ ਤੁਜੀ ਤਨ, ਜਿਹੜਾ ਸਾਧ ਦਾ ਸਰੀਰ ਹੁੰਦਾ ਹੈ ਉਹ ਰੱਬ ਦਾ ਸਰੀਰ ਹੁੰਦਾ ਹੈ। ਸੰਤ ਤੁਜੀ ਤਨ, ਤੁਜੀ ਮੈਨੇ ਤੇਰਾ, ਇਹ ਪਰਮੇਸ਼ਰ ਜਿਹੜਾ ਸਾਧ ਦਾ ਸਰੀਰ ਹੁੰਦਾ ਹੈ ਉਹ ਤੇਰਾ ਸਰੀਰ ਹੁੰਦਾ ਹੈ। ਸੰਤ ਤੁਜੀ ਤਨ ਸੰਗਤ ਪ੍ਰਾਣ, ਤੇ ਜਿਹੜੀ ਸੰਗਤ ਵਾ ਨਾ ਇਹ ਰੱਬ ਦੇ ਪ੍ਰਾਣ ਵਾ। ਜਿਹੜਾ ਸਾਧ ਦਾ ਸਰੀਰ ਵਾ ਨਾ ਉਹ ਰੱਬ ਦਾ ਸਰੀਰ ਵਾ, ਤੇ ਜਿਹੜੀ ਸੰਗਤ ਵਾ ਨਾ, ਸੰਗਤ ਸੰਤ ਤੁਜੀ ਤਨ ਸੰਗਤ ਪ੍ਰਾਣ, ਇਹ ਪ੍ਰਾਣ ਵਾ, ਸਾਹ ਵਾ। ਰੱਬ ਸੰਗਤ ਦੇ ਆਸਰੇ ਜੀਂਦਾ ਹੈ। ਕਿੱਡੀ ਵੱਡੀ ਵਡਿਆਈ ਮਹਾਰਾਜ ਨੇ ਸੰਗਤ ਨੂੰ ਬਖਸ਼ੀ ਹੋਈ ਹੈ। ਤੇ ਪਰਮੇਸ਼ਰ ਕਹਿੰਦਾ ਮੈਂ ਗੁਣ ਸਗਲ ਬੰਧ, ਮੇਰੀ ਜੀਵਨ ਮੇਰੇ ਦਾਸ। ਬਸ ਰੱਬ ਦੀ ਪਹਿਚਾਣ ਕਿੱਥੋਂ ਹੁੰਦੀ ਹੈ? ਬਾਣੀ ਦਾ ਇੱਕ ਵਾਕ ਆਉਂਦਾ ਹੈ ਕਿ ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਧੀਆਂ ਪੁੱਤ ਨਾ ਹੋਣ ਤੇ ਕਹਿੰਦੇ ਔਂਤਰਾ ਨਖੱਤਾ ਹੈ। ਤੇ ਗੁਰਬਾਣੀ ਕਹਿੰਦੀ ਹੈ ਵੀ ਜੇ ਰੱਬ ਭਗਤ ਨਾ ਪੈਦਾ ਕਰੇ, ਇਹ ਜਿਹੜੇ ਰੱਬ ਹੁੰਦੇ ਨੇ ਨਾ ਭਗਤ ਜਨਾ ਹਰ ਮਾਂ ਪਿਓ ਬੇਟਾ, ਜਿਹੜੇ ਭਗਤ ਹੁੰਦੇ ਨੇ ਨਾ ਇਹ ਰੱਬ ਦੇ ਪੁੱਤਰ ਹੁੰਦੇ ਨੇ। ਤੇ ਜੇ ਉਹ ਨਾ ਪੁੱਤਰ ਪੈਦਾ ਕਰੇ ਤਾਂ ਫਿਰ ਲੋਕੀ ਉਸ ਨੂੰ ਵੀ ਔਂਤਰਾ ਨਖੱਤਰਾ ਹੀ ਕਹਿਣਗੇ। ਬਾਣੀ 'ਚ ਲਿਖਿਆ ਹੈ ਕਿ ਸਫਲ ਜਨਮ, ਰੱਬ ਦੇ ਪਿਆਰਿਆਂ ਦਾ ਜੀਵਨ ਸਫਲ ਹੋ ਗਿਆ। ਕਿਸ ਤਰ੍ਹਾਂ ਹੋ ਗਿਆ? ਹਰ ਜਨ ਕਾ ਉਪਜਿਆ, ਹਰੀ ਕੇ ਜਨ ਦਾ ਜੀਵਨ ਸਫਲ ਹੋ ਗਿਆ। ਕਿਸ ਤਰ੍ਹਾਂ ਹੋ ਗਿਆ ਸਫਲਾ? ਜਿਨ ਕੀਨੋ ਸੌਤ ਵਿਧਾਤਾ। ਸੌਤ ਇੱਕ ਹੁੰਦਾ ਔਤ, ਔਤ ਇੱਕ ਹੁੰਦਾ ਸੌਤ। ਔਤ ਮੈਨੇ ਔਂਤਰਾ ਨਖੱਤਰਾ, ਸੌਤ ਮੈਨੇ ਧੀਆਂ ਪੁੱਤਰਾਂ ਵਾਲਾ। ਭਗਤਾਂ ਨੇ ਹੀ ਰੱਬ ਨੂੰ ਔਤ ਤੋਂ ਸੌਤ ਕੀਤਾ ਹੋਇਆ ਹੈ। ਰੱਬ ਹੀ ਰੱਬ ਦੇ ਧੀਆਂ ਪੁੱਤਰ ਕੇਵਲ ਰੱਬ ਦੇ ਭਗਤ ਹੁੰਦੇ ਨੇ। ਇਸ ਕਰਕੇ ਰੱਬ ਨੂੰ, ਪਰਮੇਸ਼ਰ ਨੂੰ ਸੰਤ ਜਿਹੜੇ ਨੇ ਔਤ ਤੋਂ ਸੌਤ ਕਰ ਦਿੰਦੇ ਨੇ। ਜਿਨ ਕੀਨੋ ਸੌਤ ਵਿਧਾਤਾ, ਕਹਿਤ ਨਾਮ ਦਿਓ ਜਾਂ ਕੇ ਜੀ ਐਸੀ, ਤੈਸੀ ਤਾਂ ਕੋ ਪ੍ਰੇਮ ਪ੍ਰਗਾਸ। ਕਹਿੰਦੇ ਫਿਰ ਉਹ ਜਿਹੜੇ ਮੇਰੇ ਪਿਆਰੇ ਹੁੰਦੇ ਨੇ ਨਾ ਉਹਨਾਂ ਦਾ ਪ੍ਰੇਮ ਦਾ ਪ੍ਰਕਾਸ਼ ਹੁੰਦਾ। ਕਹਿਤ ਨਾਮ ਦਿਓ ਜਾਂ ਕੇ ਜੀ ਐਸੀ, ਜਿਨ੍ਹਾਂ ਦੇ ਅੰਦਰ ਗੁਣ ਨੇ, ਦਇਆ ਨੇ, ਸਬਰ, ਸੰਤੋਖ, ਸਹਿਨਸ਼ੀਲਤਾ ਹੈ, ਮੈਂ ਉਹਨਾਂ ਦਾ ਗੁਲਾਮ ਹਾਂ। ਤੇ ਤਾਂ ਕੋ ਪ੍ਰੇਮ ਪ੍ਰਗਾਸ, ਉਹਨਾਂ ਦੇ ਪ੍ਰੇਮ ਦਾ ਸਦਕਾ ਹੀ ਮੈਂ ਉਹਨਾਂ ਦਾ ਗੁਲਾਮ ਹਾਂ। ਉਹ ਮੇਰੇ ਪ੍ਰੇਮ 'ਚ ਜੀਂਦੇ ਨੇ, ਮੈਂ ਉਹਨਾਂ ਨਾਲ ਜੀਂਦਾ ਹੈ। ਉਹ ਮੇਰੇ ਨਾਲ ਜੀਂਦੇ ਨੇ, ਮੈਂ ਮੇਰੀ ਜੀਵਨ ਮੇਰੇ ਦਾਸ ਵਾ।
ਵੱਡੀ ਵਡਿਆਈ ਭਗਤ ਦੀ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ।